ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਬਹੁਤ ਸਾਰੇ ਬੇਸ਼ਕੀਮਤੀ ਆਵਿਸ਼ਕਾਰ ਇਸ ਧਰਤੀ ਤੇ ਹੋਏ। ਅਰਬਾਂ ਖਰਬਾਂ ਦੀ ਗਿਣਤੀ ਵਿੱਚ ਕੁਛ ਮੁੱਠੀ ਭਰ ਵਿਗਿਆਨਕ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ, ਜਿਵੇਂ ਥਾਮਸ ਐਡੀਸਨ ਜੀ, ਨਿਕੋਲ ਟੈਸਲਾ ਜੀ, ਗ੍ਰਾਹਮ ਬੈਲ ਜੀ, ਹੋਰ ਵੀ ਬਹੁਤ ਸਾਰੇ ਨਾਮੀ ਇਨਸਾਨ ਜਿਨ੍ਹਾਂ ਨੇ ਮਨੁੱਖਤਾ ਦਾ ਜੋ ਅੱਗੇ ਤਰੱਕੀ ਹੈ ਉਹਦੇ ਵਿੱਚ ਵਾਧਾ ਕੀਤਾ, ਮਨੁੱਖਤਾ ਦੀ ਸੇਵਾ ਕੀਤੀ। ਫਿਰ ਅਸੀਂ ਦੇਖਦੇ ਹਾਂ ਸਾਡੇ ਪੁਰਖੀ ਕਿੰਨੇ ਸੋਝੀਵਾਨ ਗਿਆਨਵਾਨ ਸਨ। ਇਹਨਾਂ ਜੀਨੀਅਸ, ਇਹਨਾਂ ਵਿਗਿਆਨਕਾਂ ਸਾਡੇ ਪੁਰਖਿਆਂ ਦੇ ਇੰਨੀ ਸੋਝੀਵਾਨ, ਇੰਨੀ ਦਿਮਾਗੀ ਸ਼ਕਤੀ ਦਾ ਕੀ ਰਾਜ ਹੈ, ਆਓ ਅੱਜ ਜਾਣੀਏ। ਅਸਲ ਵਿੱਚ ਆਮ ਇਨਸਾਨ ਨਾਲੋਂ ਇਹਨਾਂ ਸਾਡੇ ਜੀਨੀਅਸ ਅਤੇ ਸਾਡੇ ਜੋ ਪੁਰਖ ਸਨ ਉਹਨਾਂ ਦੀ ਦਿਮਾਗੀ ਸ਼ਕਤੀ ਕਈ ਹਜ਼ਾਰ ਗੁਣਾ ਵੱਧ ਸੀ। ਕੀ ਕਾਰਨ ਹੈ ਇਸ ਦਾ? ਸਾਰਾ ਕੁਝ ਇਨਸਾਨ ਦੇ ਅੰਦਰ ਪਿਆ ਹੋਇਆ, ਬਾਹਰ ਕੁਛ ਨਹੀਂ ਹੈਗਾ। ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਫਰਮਾਉਂਦੇ ਨੇ। ਇੰਨੀ ਦਿਮਾਗੀ ਸ਼ਕਤੀ ਕਿੱਥੋਂ ਵਧੀ ਇਹਨਾਂ ਦੀ? ਇੰਨੀ ਦਿਮਾਗ ਦੀ ਫ੍ਰੀਕੁਐਂਸੀ, ਇੰਨਾ ਦਿਮਾਗ ਦਾ ਰੇਡੀਓ ਸਿਗਨਲ ਕਿਵੇਂ ਵਧਿਆ ਇਹਨਾਂ ਦਾ ਕਿ ਆਮ ਇਨਸਾਨ ਉੱਥੋਂ ਤੱਕ ਸੋਚ ਵੀ ਨਹੀਂ ਪਾਇਆ। ਜਿਵੇਂ ਹੁਣ ਇੱਕ ਹੋਰ ਨਾਮੀ ਇਨਸਾਨ ਨੇ, ਐਲਨ ਮਸਕ ਜੀ, ਇਹਨਾਂ ਦਾ ਵੀ ਇਹੀ ਰਾਜ ਹੈ। ਖੇਲ ਇੱਦਾਂ ਕਿ ਜੋ ਸਰੀਰ ਵਿੱਚ ਤਾਕਤ ਪੈਦਾ ਹੁੰਦੀ ਹੈ, ਇਹ ਤਾਕਤ ਜਦੋਂ ਕੋਈ ਇਨਸਾਨ ਬਚਾ ਕੇ ਰੱਖਦਾ, ਇਹਨੂੰ ਵਿਅਰਥ ਨਹੀਂ ਕਰਦਾ ਆਪਣੀ ਸ਼ਕਤੀ ਨੂੰ, ਫਿਰ ਇਹ ਸ਼ਕਤੀ, ਇਹ ਤਾਕਤ ਉਸ ਇਨਸਾਨ ਦੇ ਦਿਮਾਗ ਵਿੱਚ ਜਾਂਦੀ ਹੈ। ਜਦੋਂ ਦਿਮਾਗ ਵਿੱਚ ਗਈ, ਉੱਥੇ ਇੱਕ ਛੋਟਾ ਜਿਹਾ ਔਰਗਨ ਹੈਗਾ, ਪੀਨੀਅਲ ਗਲੈਂਡ, ਜਿਸ ਨੂੰ ਇਹ ਜਗਾਉਂਦਾ ਹੈਗਾ। ਤੇ ਬ੍ਰੇਨ ਨੂੰ ਊਰਜਾ ਦੀ ਬਹੁਤ ਜ਼ਰੂਰਤ ਹੈ ਹਾਈ ਸਿਗਨਲ ਫੜਨ ਵਾਸਤੇ। ਇਹ ਊਰਜਾ ਕਿੱਥੋਂ ਆਉਂਦੀ ਹੈ? ਅੱਜ ਅਸੀਂ ਸਮਾਜ ਵਿੱਚ ਕੀ ਦੇਖ ਰਹੇ ਹਾਂ? ਹਰ ਇਨਸਾਨ ਕਾਮ ਵਿੱਚ ਬਰਬਾਦ ਹੋ ਰਿਹਾ ਹੈ, ਭਾਵੇਂ ਉਹ ਨੌਜਵਾਨ ਪੀੜ੍ਹੀ ਹੈ, ਭਾਵੇਂ ਉਹ ਗ੍ਰਸਤੀ ਇਨਸਾਨ ਹੈ, ਤੇ ਭਾਵੇਂ ਜਿਨ੍ਹਾਂ ਦੀ ਏਜ ਵੀ ਵੱਧ ਚੁੱਕੀ ਹੈ, ਉਮਰ ਵੀ ਵੱਧ ਚੁੱਕੀ ਹੈ, ਫਿਰ ਵੀ ਉਹ ਕਾਮ ਵਿੱਚ ਆਪਣੇ ਆਪ ਨੂੰ ਤਬਾਹ ਕਰ ਰਹੇ ਨੇ। ਇਨਸਾਨ ਦੀ ਇਹ ਸੋਚ ਹੈ ਕਿ ਸ਼ਾਇਦ ਇਹ ਕੋਈ ਮਨੋਰੰਜਨ ਦੀ ਚੀਜ਼ ਹੈ, ਖੇਡਣ ਦੀ ਚੀਜ਼ ਹੈ। ਇਹ ਭੁਲੇਖਾ ਪਾਇਆ ਹੋਇਆ ਇਸ ਵਕਤ ਨੇ ਇਨਸਾਨ ਨੂੰ। ਇਹੀ ਉਹ ਅਗੰਮੀ ਤਾਕਤ ਹੈ। ਜਦੋਂ ਇਨਸਾਨ ਇਸ ਨੂੰ ਬਚਾਉਂਦਾ, ਫਿਰ ਇਹੀ ਸ਼ਕਤੀ ਜਿਹੜੀ ਹੈ ਥੱਲੋਂ ਉੱਠ ਕੇ 7ਵੇਂ ਚੱਕਰ ਤੋਂ ਪਹਿਲੇ ਚੱਕਰ ਤੱਕ, ਜਾਂ ਪਹਿਲੇ ਚੱਕਰ ਤੋਂ 7ਵੇਂ ਚੱਕਰ ਤੱਕ ਬ੍ਰੇਨ ਦੇ ਤਾਹ ਨੂੰ ਉੱਠਦੀ ਹੈ, ਬ੍ਰੇਨ ਦੇ ਪੀਨੀਅਲ ਗਲੈਂਡ ਤੱਕ ਪਹੁੰਚਦੀ ਹੈ, ਫਿਰ ਉਸ ਨੂੰ ਜਗਾਉਂਦੀ ਹੈ। ਉੱਥੋਂ ਇਨਸਾਨ ਦਾ ਜਿਹੜਾ ਬ੍ਰੇਨ ਦਾ ਸਿਗਨਲ ਚੁਕਾਉਂਦਾ, ਸੋਝੀ ਆਉਂਦੀ ਹੈ, ਗਿਆਨ ਆਉਂਦਾ। ਕਾਮ ਵਿੱਚ
ਆਪਣੇ ਆਪ ਨੂੰ ਬਰਬਾਦ ਕਰਨ ਕਾਰਨ ਅੱਜ ਇਨਸਾਨ ਕੋਲ ਸੋਝੀ ਨਹੀਂ ਹੈਗੀ। ਅਸੀਂ ਆਸ-ਪਾਸ ਆਪਣੇ ਸਮਾਜ ਵਿੱਚ ਦੇਖ ਰਹੇ ਹਾਂ, ਵਿਜ਼ਡਮ ਨਾਮ ਦੀ ਚੀਜ਼ ਕੋਈ ਨਹੀਂ ਹੈਗੀ ਇਨਸਾਨ ਕੋਲ, ਗਿਆਨ ਕੁਛ ਨਹੀਂ ਹੈਗਾ। ਤੇ ਨਾ ਹੀ ਕੋਈ ਵਿਗਿਆਨ ਕੀ ਸੋਚ ਹੈਗੀ ਹੈ, ਕਿਉਂਕਿ ਦਿਮਾਗੀ ਸ਼ਕਤੀ ਘਟ ਗਈ, ਕਾਮ ਵਿੱਚ ਬਰਬਾਦ ਹੋ ਗਿਆ ਇਨਸਾਨ। ਅਸ਼ਲੀਲਤਾ ਫੈਲ ਗਈ, ਅਸ਼ਲੀਲਤਾ ਦੇਖਣੀ, ਫਿਰ ਆਨੰਦ ਕਾਰਜ ਤੋਂ ਪਹਿਲਾਂ, ਵਿਆਹ ਸ਼ਾਦੀ ਤੋਂ ਪਹਿਲਾਂ ਕਿਸੇ ਨਾਲ ਸਰੀਰਕ ਸੰਬੰਧ ਬਣਾਉਣੇ, ਆਪਣੇ ਆਪ ਨੂੰ ਬਰਬਾਦ ਕਰਨਾ, ਵਿਆਹੀ ਜੀਵਨ ਤੋਂ ਬਾਅਦ ਵੀ ਸੰਜਮ ਨਾ ਰੱਖਣਾ, ਸਾਰੀ ਦੀ ਸਾਰੀ ਸਰੀਰਕ ਸ਼ਕਤੀ ਬਾਹਰ ਜਾ ਰਹੀ ਹੈ ਇਨਸਾਨ ਦੀ ਇਸ ਟਾਈਮ, ਸਿਰਫ ਇੱਕ ਕਾਮ ਵਿੱਚ ਆਪਣੇ ਆਪ ਨੂੰ ਧੱਕਣ ਦੇ ਕਾਰਨ, ਬਰਬਾਦ ਹੋਣ ਦੇ ਕਾਰਨ। ਇਸ ਵਿੱਚ ਜਿੰਨਾ ਚਿਰ ਇੱਕ ਇਨਸਾਨ ਆਪਣਾ ਕਾਮ ਵਸ ਨਹੀਂ ਕਰਦਾ, ਉਹਨਾਂ ਚਿਰ ਉਹਨੂੰ ਸੋਝੀ ਨਹੀਂ ਆਉਣੀ। ਪਹਿਲਾਂ ਸਾਡੇ ਬਜ਼ੁਰਗ ਕਾਮੀ ਨਹੀਂ ਸੀ ਹੁੰਦੇ, ਕਾਮੀ ਨਾ ਹੋਣ ਕਾਰਨ ਸਰੀਰਕ ਤੇ ਮਾਨਸਿਕ ਸ਼ਕਤੀ ਬਹੁਤ ਜ਼ਿਆਦਾ ਸੀ, ਕਈ ਹਜ਼ਾਰ ਲੱਖ ਗੁਣਾ ਜ਼ਿਆਦਾ ਅੱਜ ਦੇ ਇਨਸਾਨ ਨਾਲੋਂ। ਤੇ ਵਿਗਿਆਨਕਾਂ ਦੀ ਗੱਲ ਹੀ ਛੱਡ ਦਈਏ, ਨਿਕੋਲ ਟੈਸਲਾ ਜੀ ਨੇ ਸ਼ਾਦੀ ਨਹੀਂ ਕੀਤੀ, ਕਦੀ ਕਿਸੇ ਲੜਕੀ ਨੂੰ ਮੂੰਹ ਨਹੀਂ ਲਾਇਆ, ਉਹ ਵਰਜਨ ਸਨ। ਜ਼ਿੰਦਗੀ ਦੀ ਆਖਰੀ ਸਵਾਸਾਂ ਤੱਕ ਉਹਨਾਂ ਨੇ ਸਰੀਰਕ ਸੰਬੰਧ ਨਹੀਂ ਬਣਾਏ। ਹੋਰ ਵੀ ਬਹੁਤ ਸਾਰੇ ਵਿਗਿਆਨਕ ਇਸ ਤਰ੍ਹਾਂ ਦੇ ਹੈਗੇ ਸਨ। ਨਿਕੋਲ ਟੈਸਲਾ ਜੀ ਜਿੱਥੇ ਪਹੁੰਚੇ, ਇੱਥੇ ਆਮ ਇਨਸਾਨ ਸੋਚ ਵੀ ਨਹੀਂ ਸਕਦਾ। ਇਸ ਤਰ੍ਹਾਂ ਦੇ ਆਵਿਸ਼ਕਾਰ ਕੀਤੇ ਉਹਨਾਂ ਨੇ। ਹਾਲਾਂਕਿ ਉਹਨਾਂ ਦੀ ਬਹੁਤ ਸਾਰੇ ਜਿਹੜੇ ਆਵਿਸ਼ਕਾਰ ਸਾਨੂੰ ਛੁਪਾਏ ਗਏ। ਕੀ ਖੇਡ ਸੀ ਇਹ ਤੇ ਸਰਕਾਰ ਹੀ ਜਾਣਦੀ ਹੈ। ਇਸ ਤਰ੍ਹਾਂ ਦੇ ਆਵਿਸ਼ਕਾਰ ਬਣਾਏ ਉਹਨਾਂ ਨੇ ਕਿ ਹਵਾ ਵਿੱਚੋਂ ਇਲੈਕਟ੍ਰੀਸਿਟੀ ਪੈਦਾ ਹੋ ਸਕਦੀ ਸੀ ਫ੍ਰੀ ਆਫ ਕਾਸਟ। ਇਹ ਟਰਾਂਸਫਾਰਮਰ ਨਿਕੋਲ ਟੈਸਲਾ ਜੀ ਦੀ ਹੀ ਦੇਣ ਹੈ। ਹੋਰ ਵੀ ਬਹੁਤ ਸਾਰੇ ਅਣਗਿਣਤ ਆਵਿਸ਼ਕਾਰ ਜੋ ਸਰਕਾਰ ਕੋਲ ਪਏ ਹੋਏ ਹਨ। ਸਿੱਖ ਨੇ ਵੀ ਇਸ ਕੁਝ ਮਹੀਨਿਆਂ ਤੋਂ, ਕੁਛ ਵਕਤ ਤੋਂ ਇਹ ਮਹਿਸੂਸ ਕੀਤਾ ਹੈ ਕਿ ਜੋ ਇਹ ਥੋੜ੍ਹਾ ਬਹੁਤ ਗਿਆਨ ਇਹ ਮਿਲਿਆ ਕਿਵੇਂ। ਇਸ ਦਾ ਕਾਰਨ ਇਹੀ ਸੀ ਕਿ ਕਾਮ ਤੋਂ ਦੂਰ ਹੋਣ ਕਾਰਨ, ਆਪਣਾ ਆਪ ਸਾਂਭਣ ਦੇ ਕਾਰਨ, ਉਹ ਜੋ ਸ਼ਕਤੀ ਜੋ ਕਾਮ ਵਿੱਚ ਬਰਬਾਦ ਹੋਣੀ ਸੀ, ਵੇਸਟ ਹੋਣੀ ਸੀ, ਉਹ ਦਿਮਾਗ ਵਿੱਚ ਗਈ। ਅਤੇ ਦਿਮਾਗ ਦਾ ਜੋ ਫ੍ਰੀਕੁਐਂਸੀ ਹੈ, ਰੇਡੀਓ ਸਿਗਨਲ ਹੈ, ਵਾਈਬ੍ਰੇਸ਼ਨ ਹੈ, ਉਹ ਚੁਕੋਈ ਹੈ, ਉੱਚੀ ਹੋਈ ਹੈ। ਇੱਥੋਂ ਜੋ ਇਨਸਾਨ ਨੂੰ ਗਿਆਨ ਮਿਲਦਾ ਅਤੇ ਮਿਲਿਆ ਵੀ। ਇਹੀ ਸਾਰੀ ਖੇਡ ਦਾ ਰਾਜ ਹੈਗਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਭਾਈ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਨੈ। ਆਪਣੀ ਔਰਤ ਨਾਲ ਵੀ ਜੱਫੀ ਤੱਪੀ ਰਹਿਣਾ, ਸੰਜਮ ਰੱਖਣਾ, ਅਤੇ ਬਾਕੀ ਸਾਰੇ ਸੰਸਾਰ ਦੀਆਂ ਉਹ ਧੀਆਂ ਭੈਣਾਂ ਨੇ ਆਪਣੀਆਂ। ਨਾ ਕਿ ਆਪਣੇ ਆਪ ਨੂੰ ਤਬਾਹ ਕਰਨਾ ਕਾਮ ਦੇ ਵਿੱਚ। ਪਰਮੇਸ਼ਵਰ ਅਪਾਰ ਕਿਰਪਾ ਕਰਨ, ਸਾਰਿਆਂ ਨੂੰ ਸੋਝੀ ਬਖਸ਼ਣ। ਸਵਾਮੀ ਵਿਵੇਕਾਨੰਦ ਜੀ ਵੀ ਜਦੋਂ ਉਹਨਾਂ ਨੇ ਸ਼ਿਕਾਗੋ ਵਿੱਚ ਸਪੀਚ ਦਿੱਤੀ ਹੈ, ਸਿਰਫ ਭੈਣ ਅਤੇ ਭਰਾਵੋ ਕਿਹਾ ਸੀ ਅਤੇ ਹਜ਼ਾਰਾਂ ਹੀ ਤਾੜੀਆਂ ਜਿਹੜੀਆਂ ਸੀ ਉਹ ਉਹਨਾਂ ਦੀ ਗੂੰਜ ਉੱਠ ਗਈ ਸੀ। ਅਤੇ ਉਹਨਾਂ ਦੇ ਚੇਲੇ ਉਹਨਾਂ ਨੂੰ ਪੁੱਛਦੇ ਸੀ ਕਿ ਇਹਦਾ ਕਾਰਨ ਕੀ ਹੈ। ਉਹ ਕਹਿੰਦੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੇ ਕੁ ਆਪਣੇ ਦਿਮਾਗ ਨੂੰ ਟ੍ਰੇਨ ਕੀਤਾ,
ਸਾਦਗੀ ਵਿੱਚ ਆਇਆ, ਸਾਦਾ ਭੋਜਨ ਛਕਿਆ ਕਿ ਇੱਕ ਵੀ ਖਿਆਲ ਮੈਂ ਕਾਮ ਦਾ ਆਉਣ ਨਹੀਂ ਦਿੱਤਾ। ਉਹ ਜੋ ਸ਼ਕਤੀ ਵਿਅਰਥ ਹੋਣੀ ਸੀ, ਉਹ ਸਾਰੀ ਦੀ ਸਾਰੀ ਮੇਰੇ ਬ੍ਰੇਨ ਵਿੱਚ ਗਈ। ਉਹ ਕਲਾ ਸੀ ਜੋ ਮੇਰੇ ਅੰਦਰ ਆਉਣੀ ਹੀ ਆਉਣੀ ਸੀ। ਮਹਾਰਾਜ ਅਪਾਰ ਕਿਰਪਾ ਕਰਨ। ਜੋ ਸਾਡਾ ਮਕਸਦ ਹੈਗਾ ਕਿ ਅਸੀਂ ਆਪਣੇ ਵੀਰ ਭਰਾਵਾਂ ਨੂੰ, ਭੈਣਾਂ ਨੂੰ ਸਹੀ ਰਾਹ 'ਤੇ ਲੈ ਕੇ ਜਾਈਏ, ਕੌਮ ਦੀ ਸੇਵਾ ਕਰੀਏ, ਮਨੁੱਖਤਾ ਦੀ ਸੇਵਾ ਕਰੀਏ, ਸੰਸਾਰ ਦੀ ਸੇਵਾ ਕਰੀਏ, ਭਲਾ ਕਮਾਈਏ। ਕਿਉਂਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ। ਭਾਈ ਵੱਧ ਤੋਂ ਵੱਧ ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੀ ਸੋਚ ਪਵਿੱਤਰ ਰੱਖੋ, ਸਰਬ ਲੋਧ ਦਾ ਪਹਿਰਾ ਕਰੋ, ਸਾਤਵਿਕ ਭੋਜਨ ਛਕੋ, ਫਿਰ ਹੀ ਇਸ ਕਾਮ ਤੋਂ, ਪਹਾੜ ਤੋਂ ਬਚਿਆ ਜਾ ਸਕਦਾ ਹੈ। ਅਗਰ ਅਸੀਂ ਕਿਸੇ ਦੀ ਧੀ ਭੈਣ ਵੱਲ ਵੀ ਦੇਖਦੇ ਹਾਂ ਕਾਮੀ ਨਜ਼ਰ ਨਾਲ, ਸਾਡੀ ਉਹ ਸਰੀਰਕ ਸ਼ਕਤੀ ਬਰਬਾਦ ਹੁੰਦੀ ਹੈ। ਮਨ ਵਿੱਚ ਕਾਮ ਵਾਸ਼ਨਾ ਬਾਰੇ ਸੋਚਦੇ ਹਾਂ, ਸਾਡੀ ਸਰੀਰਕ ਸ਼ਕਤੀ ਬਰਬਾਦ ਹੁੰਦੀ ਹੈ। ਇਸ ਕਰਕੇ ਮਨ ਤਨ ਪਵਿੱਤਰ ਰੱਖਣਾ ਬਹੁਤ ਜ਼ਰੂਰੀ ਹੈ। ਇਹ ਬਹੁਤ ਵੱਡੀ ਖੇਡ ਹੈ, ਮਹਿੰਗੀ ਖੇਡ ਹੈ, ਇਹਦਾ ਕੋਈ ਅੰਤ ਨਹੀਂ ਹੈਗਾ। ਇਸ ਕਰਕੇ 4 ਵਜਰ ਕੁਰੈਤਾਂ ਤੋਂ ਬਚ ਕੇ ਰਹਿਣਾ, ਆਪਣੀ ਸ਼ਕਤੀ ਸਾਂਭਣੀ, ਕਾਮ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਨੀ, ਤਾਂ ਹੀ ਸਾਨੂੰ ਉਹ ਪਰਮੇਸ਼ਵਰ ਦਾ ਗਿਆਨ ਮਿਲੇਗਾ। ਕਿਉਂਕਿ ਪਰਮੇਸ਼ਵਰ ਨੇ ਆਪਣੀ ਅਵਸਥਾ ਨੀਵੀਂ ਨਹੀਂ ਕਰਨੀ ਹੈਗੀ, ਸਾਨੂੰ ਹੀ ਆਪਣੀ ਅਵਸਥਾ ਚੱਕਣੀ ਪੈਣੀ ਹੈ। ਸਾਨੂੰ ਹੀ ਆਪਣੇ ਬ੍ਰੇਨ ਦਾ ਜੋ ਰੇਡੀਓ ਸਿਗਨਲ ਹੈ, ਫ੍ਰੀਕੁਐਂਸੀ ਹੈ, ਵਾਈਬ੍ਰੇਸ਼ਨ ਹੈ, ਉਸ ਨੂੰ ਅਪਲਿਫਟ ਕਰਨਾ ਪਏਗਾ, ਉਸ ਨੂੰ ਅਸਮਾਨ ਤੱਕ ਲੈ ਕੇ ਜਾਣਾ ਪਵੇਗਾ। ਪਰਮੇਸ਼ਵਰ ਬਾਦਸ਼ਾਹ ਨੇ, ਉਹਨਾਂ ਨੇ ਨੀਵਾਂ ਨਹੀਂ ਹੋਣਾ, ਸਾਨੂੰ ਉੱਚਾ ਹੋਣਾ ਪੈਣਾ। ਮਨ ਨੀਵਾਂ, ਮੱਤ ਉੱਚੀ, ਮੱਤ ਸਾਨੂੰ ਆਪਣੀ ਉੱਚੀ ਕਰਨੀ ਪੈਣੀ ਹੈ ਭਾਈ। ਇਸ ਕਰਕੇ ਜੋ ਇਹ ਸੰਸਾਰ ਗਲਤੀਆਂ ਕਰ ਰਿਹਾ, ਆਪਾਂ ਉਹਨਾਂ ਤੋਂ ਦੂਰ ਦੂਰ, ਬਹੁਤ ਦੂਰ ਹੋਈਏ, ਤਾਂ ਹੀ ਅਸੀਂ ਆਪਣਾ ਵੀ ਭਲਾ ਕਰ ਪਾਵਾਂਗੇ ਅਤੇ ਸੰਸਾਰ ਦਾ ਵੀ ਜੋ ਭਲਾ ਉਹ ਕਮਾ ਪਾਵਾਂਗੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।